गुरु जी की साजी नवाजी। गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सतगुरु गुरबाणी गुरु विच जो आपां नूं उपदेश दे रहे हैं, महाराज सच्चे पातशाह समझाउंदे कि संसार दे विच जदों असीं आए हैं, साडा मन आया है, इत्थे आके असीं जो मनना जो ध्याना वो एक नूं ध्याना है, जो साडा सारियां दा मूल, साडा सारियां दा माता पिता है, जिहड़ा हर थां ते मौजूद है। ऐसी कोई थां नहीं है जिसे मालक ना होवे। इसलिए फिर आपां नूं समझाउंदे भी एक नूं सिमरो जिहड़ा हर थां ते है। इस संसार दे विच जीव नूं एक दा ना ज्ञान होण करके, ना एक दा भेद होण करके मालक दा वो अज्ञानता दे विच फिर दूजे की पूजा करता है, दूजे नूं मनदा है। दूजा कौन है? दूजी है ये माया, जिन्हां ने फिर एक नूं मालक नूं वसार के दूजे नाल जुड़ के दूजे की पूजा शुरू कर दी। ये भव सागर संसार सागर दे विच डुब जाते, इत्थों फिर जीवन का लाहा नहीं कटते। मारे फरमाउंदे खसम छोड़ दूजे लगे डूबे सेवन जा रही है कि जिन्हां ने एक आपदे पति परमेश्वर नूं वसार दिता, उसका भेद नहीं लिया, उसकी सोझी कोई नहीं ली, वो फिर इस जीवन का लाहा नहीं कटते। दूजा की है? दूजी है माया। हुण ये जिहड़ा शरीर है जिहदे विच आपां वसदे दिन दे समय आके इस शरीर नूं माया का मूल आखिए। जदों असीं इस शरीर दे नाल जुड़ जाते हैं, उदों कहंदे दूजे नाल जुड़ के, माया दे नाल जुड़ के। महाराज कहंदे इहो शरीर सब मूल है माया, दूजे भाई भरम भुलाए। कि जदों असीं दूजे नाल जुड़ के कहंदे भरम च पै गए, ये माया ने भरम दे विच इन्हां नूं भुला दिता। हुण जदों फिर जीव दूजे नाल जुड़दा, फिर वो आपो अपनी मत द्वारा, कोई कहंदा असीं किसे नूं मनदे हां, कोई कहंदा असीं किसे नूं मनदे हां। फिर इस तरह आपो अपनी मत द्वारा जी मनना शुरू कर दिंदे। ते महाराज सच्चे पातशाह फिर सानूं समझाउंदे भी जे तुसीं मनना है तो एक नूं मनो, मालक नूं मनो, जिन्हें सारी सृष्टि पैदा की है, जिदों सारा कुछ प्रगट होए।
जे असी दूजे नूं मन्नांगे ਉਹ ਤਾਂ ਆਪ ਜਨਮ ਮਰਨ ਦੇ ਵਿੱਚ ਆਕਾਰ ਦੇ ਵਿੱਚ। ਇਸ ਲਈ ਸਾਨੂੰ ਕਹਿੰਦੇ ਇੱਕੋ ਸਿਮਰੀਏ ਨਾਨਕ ਜੋ ਜਲ ਥਲ ਰਿਹਾ ਸਮਾਈ। ਬਈ ਜਿਹੜਾ ਇੱਕੋ ਮਾਲਕ ਜਲ ਦੇ ਵਿੱਚ ਥਲ ਦੇ ਵਿੱਚ ਉਹਨੂੰ ਸਿਮਰਨ ਕਰੋ, ਉਹਨੂੰ ਧਿਆਨ। ਉਹਦਾ ਸਿਮਰਨ ਕਰਨ ਦੇ ਨਾਲ ਮਾਲਕ ਦਾ ਅਸੀਂ ਜੀਵਨ ਮੁਕਤ ਹੋ ਸਕਦੇ। ਦੂਜੇ ਨਾਲ ਅਸੀਂ ਮੁਕਤ ਨਹੀਂ ਹੋ ਸਕਦੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਹਦਾ ਸਿਮਰਨ ਕਰਨ ਦੇ ਨਾਲ ਅਸੀਂ ਜੀਵਨ ਮੁਕਤ ਹੋਣਾ, ਸਾਨੂੰ ਪਰਮ ਪਦਵੀ ਜੋ ਉਹ ਪ੍ਰਾਪਤ ਹੋਣੀ, ਅਸੀਂ ਸਦਾ ਵਾਸਤੇ ਅਮਰ ਹੋਣਾ। ਫਿਰ ਉਸ ਮਾਲਕ ਨੂੰ ਸਿਮਰੋ। ਹੁਣ ਉਹਦਾ ਗਿਆਨ ਮਾਲਕ ਦਾ ਸਾਨੂੰ ਫਿਰ ਗੁਰਬਾਣੀ ਗੁਰੂ ਦੇ ਰਹੇ ਨੇ। ਬਈ ਜੋ ਸਾਡਾ ਮਾਤਾ ਪਿਤਾ ਅਸੀਂ ਉਹਨੂੰ ਸਿੱਧਾ ਨਹੀਂ ਜਾਣ ਸਕਦੇ, ਕਿਉਂਕਿ ਉਹ ਦੇਖੇ ਸੂਖਮ ਹੈ। ਤੇ ਆਪਾਂ ਇੱਧਰ ਆਕਾਰ ਦੇਖਣ ਦੇ ਆਦੀ ਹੋ ਗਏ ਹਾਂ। ਅਸੀਂ ਉਹ ਸੂਖਮ ਨੂੰ ਦੇਖਦੇ ਨਹੀਂ, ਸਾਨੂੰ ਭੇਤ ਨਹੀਂ ਹੈ। ਅਸੀਂ ਇੱਧਰ ਸਰੀਰਾਂ ਨੂੰ ਦੇਖਦੇ ਹਾਂ, ਦ੍ਰਿਸ਼ਟ ਮਨ ਨੂੰ ਦੇਖਦੇ ਹਾਂ, ਆਕਾਰਾਂ ਨੂੰ ਦੇਖਦੇ ਹਾਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਆਪਣਾ ਜੋ ਮਾਤਾ ਪਿਤਾ ਹੈ ਉਹਦੀ ਜਾਣ ਪਹਿਚਾਣ ਕਰਾਈ ਗਈ ਹੈ। ਬਈ ਉਹ ਕਿਹੋ ਜਿਹਾ ਹੈ, ਕਿੱਥੇ ਵੱਸਦਾ ਹੈ, ਕਿਵੇਂ ਉਹ ਸਾਡੀ ਪਾਲਣਾ ਪੋਸ਼ਣ ਕਰਦਾ ਹੈ। ਫਿਰ ਉਹਦਾ ਸਾਨੂੰ ਭੇਦ ਤੇ ਉਹਦੇ ਗੁਣ ਦੱਸੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਡਾ ਸਾਰਿਆਂ ਦਾ ਮਾਤਾ ਪਿਤਾ ਇੱਕੋ ਹੀ ਹੈ। ਏਕ ਪਿਤਾ ਏਕ ਸਕੇਹਮ ਬਾਰਕ। ਬਈ ਅਸੀਂ ਸਾਰੇ ਇੱਕੋ ਹੀ ਮਾਤਾ ਪਿਤਾ ਦੇ ਬੱਚੇ ਹਾਂ ਅਤੇ ਸਾਡੇ ਸਾਰਿਆਂ ਦਾ ਇੱਕੋ ਹੀ ਮਾਤਾ ਪਿਤਾ ਜੋ ਜੋਤ ਸਰੂਪ ਪ੍ਰਕਾਸ਼ ਰੂਪ ਹੈ। ਆਪਾਂ ਨੂੰ ਸਮਝਾਉਂਦੇ ਬਈ ਉਹ ਸਾਡੇ ਵਿੱਚ ਹੀ ਵੱਸਦਾ, ਅਸੀਂ ਵੀ ਉਹਦੇ ਵਿੱਚ ਹੀ ਵੱਸਦੇ। ਬਈ ਉਹ ਕੋਈ ਸਾਚੋਂ ਦੂਰ ਨਹੀਂ ਹੈ। ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਸ਼ੀਸ਼ਾ ਹੁੰਦਾ ਹੈ ਦਰਪਣ, ਬਈ ਉਹ ਦਰਪਣ ਵਾਂਗੂ ਸ਼ੁੱਧ ਅਤੇ ਸਾਫ਼ ਹੈ ਅਤੇ ਅਸੀਂ ਉਹਦੇ ਅੰਦਰ ਹੀ ਵੱਸਦੇ, ਵਿੱਚ ਹੀ ਵੱਸਦੇ, ਉਹਦੇ ਵਿੱਚ ਹੀ ਤੁਰੇ ਫਿਰਦੇ। ਮਹਾਰਾਜ ਕਹਿੰਦੇ ਸੋ ਤੁਮ ਹੀ ਮੈਂ ਬਸੇ ਨਿਰੰਤਰ ਨਾਨਕ ਦਰਪਣ ਨਿਆਈ। ਬਈ ਸਾਡੇ ਵਿੱਚ ਹੀ ਵੱਸਦਾ, ਅਸੀਂ ਉਹਦੇ ਵਿੱਚ ਵੱਸਦੇ ਹਾਂ। ਅਤੇ ਕਿਹੋ ਜਿਹਾ ਮਹਾਰਾਜ ਕਹਿੰਦੇ ਦਰਪਣ ਵਰਗਾ, ਸ਼ੀਸ਼ੇ ਵਰਗਾ ਸ਼ੁੱਧ। ਫਿਰ ਆਪਾਂ ਨੂੰ ਦੂਸਰੀ ਉਦਾਹਰਨ ਦਿੰਦੇ ਵੀ ਜਿਵੇਂ ਪਾਣੀ ਹੁੰਦਾ ਹੈ, ਆਪਾਂ ਪਾਣੀ ਦੇ ਵਿੱਚ ਦੇਖਦੇ ਹਾਂ ਅਤੇ ਆਪਾਂ ਨੂੰ ਆਪਣਾ ਮੁੱਖ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਹੀ ਕਹਿੰਦੇ ਜਿਵੇਂ ਪਾਣੀ ਹੈ ਸ਼ੁੱਧ, ਇਸੇ ਤਰ੍ਹਾਂ ਆਪਾਂ ਨੂੰ ਉਦਾਹਰਨ ਦਿੱਤੀ ਹੈ। ਮਹਾਰਾਜ ਕਹਿੰਦੇ ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠਲ ਐਸਾ। ਨਾਮਦੇਵ ਜੀ ਕਹਿੰਦੇ ਵੀ ਜੋ ਸਾਡਾ ਬੀਠਲ ਮਾਲਕ ਹੈ ਉਹ ਇਹੋ ਜਿਹਾ ਹੈ ਜਿਵੇਂ ਪਾਣੀ ਦੇ ਵਿੱਚ ਆਪਾਂ ਮੁੱਖ ਦੇਖਦੇ ਹਾਂ, ਆਪਣਾ ਨਜ਼ਰ ਆਉਂਦਾ ਆਪਾਂ। ਇਸੇ ਤਰ੍ਹਾਂ ਹੀ ਸ਼ੁੱਧ। ਅਤੇ ਆਪਾਂ ਨੂੰ ਸਮਝਾਉਂਦੇ ਬਈ ਉਹ ਸਾਡੇ ਅੰਦਰ ਵੀ ਹੈ ਅਤੇ ਬਾਹਰ ਵੀ ਚਾਰ ਚੁਫੇਰੇ ਮੌਜੂਦ ਹੈ। ਇਹ ਜਿਹੜਾ ਸਰੀਰ ਹੈ ਇਸ ਨੂੰ ਤਨ ਕਹਿ ਦਿੱਤਾ ਹੈ, ਜੋ ਪਰਮਾਤਮਾ ਵਾਹਿਗੁਰੂ ਉਸ ਨੂੰ ਹਰ ਕਹਿ ਦਿੱਤਾ ਹੈ। ਅਤੇ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਹਰੀ ਦੇ ਵਿੱਚ ਹਾਂ ਅਤੇ ਹਰੀ ਸਾਡੇ ਵਿੱਚ। ਮਹਾਰਾਜ ਕਹਿੰਦੇ ਹਰ ਮੇਂ ਤਨ ਹੈ, ਤਨ ਮੇਂ ਹਰ ਹੈ, ਸਰਬ ਨਿਰੰਤਰ ਸੋਇ ਰਹੇ। ਬਈ ਸਾਡੇ ਅੰਦਰ ਵੀ ਹੈ ਅਤੇ ਬਾਹਰ ਵੀ ਚਾਰ ਚੁਫੇਰੇ ਮੌਜੂਦ ਹੈ। ਸਾਡਾ ਤਨ ਉਹਦੇ ਵਿੱਚ। ਫਿਰ ਪਰਮਾਤਮਾ ਨੂੰ ਬ੍ਰਹਮ ਕਹਿ ਦਿੱਤਾ ਅਤੇ ਆਪਾਂ ਨੂੰ ਜਨ ਕਹਿ ਦਿੱਤਾ। ਅਤੇ ਮਹਾਰਾਜ ਕਹਿੰਦੇ ਬ੍ਰਹਮੇ ਜਨ
ਜਨਮੇ ਪਾਰ ਬ੍ਰਹਮ ਏਕੇ ਏਕ ਨਾਹੀ ਕਿਛ ਭਰਮ। ਬਈ ਅਸੀਂ ਬ੍ਰਹਮ ਦੇ ਵਿੱਚ ਵਸਦੇ ਹਾਂ, ਮਾਲਕ ਦੇ, ਤੇ ਉਹ ਸਾਡੇ ਵਿੱਚ ਵਸਦਾ। ਫਿਰ ਮਾਲਕ ਐਡਾ ਵੱਡਾ ਹੈ, ਉਸ ਨੂੰ ਸਾਗਰ ਕਹਿੰਦੇ ਚ ਸਮੁੰਦਰ ਜਿਵੇਂ ਬਹੁਤ ਵੱਡਾ, ਤੇ ਆਪਾਂ ਨੂੰ ਛੋਟੀ ਜਿਹੀ ਬੂੰਦ ਕਹਿ ਦਿੱਤਾ। ਤੇ ਆਪਾਂ ਨੂੰ ਸਮਝਾਉਂਦੇ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ। ਬਈ ਅਸੀਂ ਉਹਦੇ ਵਿੱਚ ਹਾਂ ਤੇ ਉਹ ਸਾਡੇ ਵਿੱਚ। ਫਿਰ ਪਰਮਾਤਮਾ ਨੂੰ ਪੁਰਖ ਕਹਿ ਦਿੱਤੇ। ਆਪਣੀਆਂ ਜਿਹੜੇ ਮਨ ਨੇ ਇਹਨਾਂ ਨੂੰ ਸੁਰਤੀਆਂ ਕਹਿ ਕੇ ਇਹ ਸਾਰੀਆਂ ਸੁਰਤਾਂ ਨੂੰ ਨਾਰਦ ਦਾ ਨਾਮ ਦਿੱਤਾ, ਤੇ ਮਾਲਕ ਨੂੰ ਪੁਰਖ ਆਖੇ। ਅਸੀਂ ਸਾਰੀਆਂ ਸੁਰਤੀਆਂ ਉਸ ਪੁਰਖ ਦੀਆਂ ਨਾਰਾਂ। ਤੇ ਮਹਾਰਾਜ ਸਾਨੂੰ ਫਿਰ ਬੁਝਾਰਤ ਪਾਉਂਦੇ ਵੀ ਤੁਸੀਂ ਪੁਰਖ ਦੇ ਵਿੱਚ ਵਸਦੀ ਹੋ ਤੇ ਪੁਰਖ ਤੁਹਾਡੇ ਵਿੱਚ ਵਸਦਾ। ਵੀ ਜੇ ਤੁਸੀਂ ਗਿਆਨੀ ਹੋ, ਤੁਹਾਨੂੰ ਗਿਆਨ ਹੈ ਬ੍ਰਹਮ ਦਾ, ਤੇ ਫਿਰ ਤੁਸੀਂ ਇਹ ਬੁੱਝੋ। ਮਹਾਰਾਜ ਕਹਿੰਦੇ ਪੁਰਖ ਮੇ ਨਾਰ, ਨਾਰ ਮੇ ਪੁਰਖ, ਬੁੱਝੋ ਬ੍ਰਹਮ ਗਿਆਨੀ। ਬਈ ਜੇ ਤੁਸੀਂ ਬ੍ਰਹਮ ਦਾ ਗਿਆਨ ਰੱਖਦੇ ਹੋ ਤੇ ਫਿਰ ਇਹ ਤੁਸੀਂ ਬੁੱਝੋ, ਤੁਸੀਂ ਪੁਰਖ ਦੇ ਵਿੱਚ, ਉਹ ਤੁਹਾਡੇ ਵਿੱਚ। ਹੁਣ ਆਪਾਂ ਨੂੰ ਇਹ ਤੋਂ ਵੱਧ ਹੋਰ ਕੀ ਸਮਝਾਉਣਾ। ਸੱਚੇ ਪਾਤਸ਼ਾਹ ਕਹਿੰਦੇ ਵੀ ਅਸੀਂ ਉਹਦੇ ਵਿੱਚ ਹੀ ਵਸਦੇ, ਸਾਡੇ ਅੰਦਰ ਵੀ ਉਹਦੀ ਜੋਤ ਤੇ ਬਾਹਰ ਵੀ ਚਾਰ ਚੁਫੇਰੇ ਮੌਜੂਦ ਹੈ। ਸੋ ਵਿੱਚ ਜਿਹੜਾ ਸਿਰਫ ਇਹ ਭਰਮ ਦਾ ਪੜਦਾ ਹੈ, ਖਿਆਲਾਂ ਦਾ, ਵਿਚਾਰਾਂ ਦਾ, ਫੁਰਨਿਆਂ ਦਾ, ਇਹ ਸਾਡੇ ਤੇ ਮਾਲਕ ਦੇ ਵਿੱਚ ਪੜਦਾ ਪਿਆ ਹੋਇਆ। ਪੜਦਾ ਵੀ ਕਿਹੋ ਜਿਹਾ? ਮਹਾਰਾਜ ਕਹਿੰਦੇ ਵੀ ਜਿਵੇਂ ਕਾਗਜ਼ ਹੁੰਦਾ, ਕਾਗਜ਼ ਤੋਂ ਵੀ ਬਰੀਕ। ਜਿਵੇਂ ਉਹ ਭਾਂਬਟ ਹੁੰਦੇ ਤਿਤਲੀ, ਤਿਤਲੀ ਦੇ ਖੰਭ, ਉਹ ਜਿਹਾ ਬਰੀਕ ਪੜਦਾ ਸਾਡੇ ਤੇ ਮਾਲਕ ਦੇ ਵਿੱਚ ਪਿਆ। ਮਹਾਰਾਜ ਫਰਮਾਉਂਦੇ ਹਉ ਹਉ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ, ਭਾਵੀ ਰੀਕੇ ਪਾਤ ਭਾਰਦੋ, ਬਿਨ ਪੇਖੇ ਦੂਰ ਆਇਓ। ਬਈ ਸਾਡੇ ਤੇ ਮਾਲਕ ਦੇ ਵਿੱਚ ਜੋ ਪੜਦਾ ਪਿਆ ਹੈ ਹਉਮੈ ਦਾ, ਤੇ ਕਿੰਨਾ ਬਰੀਕ ਪੜਦਾ ਵੀ ਉਹ ਕਾਗਜ਼ ਤੋਂ ਵੀ ਬਰੀਕ, ਇੰਨਾ ਬਰੀਕ ਪੜਦਾ ਸਾਡੇ ਤੇ ਮਾਲਕ 'ਚ ਪਿਆ। ਹੁਣ ਇੰਨਾ ਬਰੀਕ ਪੜਦਾ ਹੋਣ ਦੇ ਬਾਵਜੂਦ ਵੀ ਜੀਵ ਸਮਝਦਾ ਵੀ ਰੱਬ ਪਤਾ ਨਹੀਂ ਕਿੱਡੀ ਕੁ ਦੂਰ ਹੈ, ਵੀ ਪਰਮਾਤਮਾ ਪਤਾ ਨਹੀਂ ਕਿੱਥੇ ਵੱਸਦਾ ਹੈ। ਸੋ ਆਪਾਂ ਨੂੰ ਫਿਰ ਸਮਝਾਉਂਦੇ ਵੀ ਉਹ ਕੋਈ ਦੂਰ ਨਹੀਂ ਵੱਸਦਾ ਸੱਚੋਂ, ਉਹ ਸਾਡੇ ਨੇੜੇ ਹੀ ਹੈ। ਮਹਾਰਾਜ ਕਹਿੰਦੇ ਨਿਕਟ ਵਸੇ ਨਾਹੀ ਹਰ ਦੂਰੇ। ਬਈ ਉਹ ਸਾਡੇ ਨੇੜੇ ਹੈ, ਕੋਈ ਉਹ ਸਾਤੋਂ ਦੂਰ ਨਹੀਂ ਹੈ। ਜਿਵੇਂ ਅੱਗੇ ਕਈ ਜੀਵ ਕਹਿੰਦੇ ਹੁੰਦੇ ਸੀ ਵੀ ਦੱਸ ਰੱਬ ਨੇੜੇ ਕਿ ਘਸੁੰਨ ਨੇੜੇ। ਹੁਣ ਆਪਾਂ ਨੂੰ ਗੁਰਬਾਣੀ ਗੁਰੂ 'ਚ ਦੱਸਿਆ ਵੀ ਘਸੁੰਨ ਨਹੀਂ ਨੇੜੇ, ਰੱਬ ਨੇੜੇ, ਵੀ ਹੱਥ ਦੂਰ ਹੈ। ਉਹ ਸਾਡੇ ਹੱਥਾਂ ਤੋਂ ਵੀ ਨੇੜੇ ਵੱਸਦਾ ਹੈ। ਮਹਾਰਾਜ ਕਹਿੰਦੇ ਕਹੋ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਏ। ਬਈ ਉਹ ਸਾਡੇ ਹੱਥਾਂ ਤੋਂ ਵੀ ਨੇੜੇ ਹੈ, ਉਹ ਕੋਈ ਸਾਤੋਂ ਦੂਰ ਨਹੀਂ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜਾ ਸਾਡਾ ਮਾਤਾ ਪਿਤਾ, ਸਾਡਾ ਮੂਲ ਸਾਡੇ ਇੰਨਾ ਨੇੜੇ ਵੱਸਦਾ ਹੈ, ਬਈ ਤੁਸੀਂ ਉਸ ਨੂੰ ਸਿਮਰੋ, ਉਸ ਨੂੰ ਮੰਨੋ। ਹੁਣ ਜਦੋਂ ਜੀਵ ਇੱਕ ਦਾ ਸਿਮਰਨ ਛੱਡ ਕੇ ਮਾਲਕ ਦਾ ਦੂਜੇ ਦੀ ਖਾਤਰ ਕਰਦਾ, ਦੂਜੇ ਨੂੰ ਮੰਨਦਾ, ਫਿਰ ਦੂਜੇ ਦੀ ਖਾਤਰ ਇਹ ਕਰਮ ਕਰਦਾ। ਜਿਵੇਂ ਸਰੀਰ ਦੂਜਾ, ਪਹਿਲਾਂ ਅਸੀਂ ਇਹ ਸਰੀਰ ਨੂੰ ਆਪਣਾ ਸਮਝਦੇ ਹਾਂ, ਫਿਰ ਇਹਦੇ ਨਾਲ ਜਿਹੜੇ ਸਾਡੇ ਅੱਗੇ ਗਾਹਾਂ ਪਰਿਵਾਰ, ਅਸੀਂ ਉਹਨਾਂ ਨੂੰ ਆਪਦੇ ਸਮਝਦੇ ਹਾਂ ਵੀ ਸਾਡੇ ਨਹੀਂ।
फिर वो दूजे की खातर जीव दिन रात कर्म करता, तो जिहड़ा कर्म आपदे वास्ते सी सिमरन वो करता नहीं है। फिर जदों इहदा दिता होया समा खत्म हो जाता, इसी तरह ही चलते हुए संसार च, फिर ये अंत समय पछताउंदा है जदों इहनूं जम कुटना शुरू कर दिंदे। फिर ये पछतावे च कहंदा भी परमात्मा दा सिमरन छड्ड के मैं दूजे वास्ते धंधा करदा रहा, ते जिहड़े कटंब की खातर करदा रहा, वो कटंब ने मेरा अगे साथ ना दिता। महाराज कहंदे कबीर हर का सिमरन छड्ड के पालियो बहुत कटंब, धंधा करता रह गया भाई रिहा ना बंद। बई जेड़े कटंब की खातर परिवार नूं कटंब कहंदे, बई ये कटंब की खातर सारी उम्र करता है, हुण ये कटंब है जिहड़ा ये अगे नाल जांदा नहीं, इहदे चों कोई साथ नहीं दिंदा। इसलिए फिर आपां नूं कहंदे भी जिहने साथ देना मालक ने परमात्मा ने, ਉਹਨੂੰ ਮੰਨੋ, ਉਹਦੇ ਸਨਮੁਖ ਹੋ। ਹੁਣ ਜੇ ਅਸੀਂ ਮਾਲਕ ਦੇ ਸਨਮੁਖ ਹੋ ਜਾਵਾਂਗੇ, ਉਹਨੂੰ ਮੰਨਾਂਗੇ ਤੇ ਉਹ ਸਾਨੂੰ ਨਿਰਾਸ਼ ਨਹੀਂ ਹੋਣ ਦੇਵੇਗਾ। ਜੇ ਅਸੀਂ ਕਿਸੇ ਹੋਰ ਤੇ ਆਸ ਰੱਖਾਂਗੇ ਦੂਜੇ ਤੇ ਸਾਨੂੰ ਨਿਰਾਸ਼ ਹੋਣਾ ਪੈਣਾ। ਇਸ ਲਈ ਮਹਾਰਾਜ ਕਹਿੰਦੇ ਕਬੀਰ ਆਸਾ ਕੀਜੇ ਏਕ ਕੀ ਅਵਰੇ ਆਸ ਨਿਰਾਸ਼। ਬਈ ਜੇ ਅਸੀਂ ਦੂਜੇ 'ਤੇ ਆਸ ਰੱਖਾਂਗੇ, ਦੂਜੇ 'ਤੇ ਟੇਕ ਰੱਖਾਂਗੇ, ਉਹ ਸਾਡੀ ਰੱਖੀ ਹੋਈ ਟੇਕ ਵਿਅਰਥ ਹੈ। ਮਹਾਰਾਜ ਕਹਿੰਦੇ ਮਨ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੇ ਭਗਵਾਨ। ਬਈ ਜੋ ਕਿਸੇ ਹੋਰ ਦੀ ਜਿਹੜੀ ਟੇਕ ਉਹ ਵਿਅਰਥ ਸਮਝ ਕਿਉਂਕਿ ਉਹਨੇ ਤੇਰਾ ਅੱਗੇ ਸਾਥ ਦੇਣਾ ਨਹੀਂ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਤੁਸੀਂ ਉਹਦੀ ਟੇਕ ਰੱਖੋ ਮਾਲਕ ਦੀ। ਬਈ ਜਿਹਨੇ ਸਾਨੂੰ ਇੱਥੇ ਵੀ ਇਕੱਲਿਆਂ ਨਹੀਂ ਛੱਡਣਾ, ਇਸ ਲੋਕ ਦੇ ਵਿੱਚ ਵੀ, ਅਤੇ ਜਦੋਂ ਅਸੀਂ ਦੇਹ ਛੱਡਾਂਗੇ ਉਹ ਪਰਲੋਕ ਦੇ ਵਿੱਚ ਵੀ ਸਾਡੇ ਨਾਲ ਨੇ। ਇਸ ਵਾਸਤੇ ਫਿਰ ਅੰਤ ਸਮੇਂ ਮਾਲਕ ਤੋਂ ਬਿਨਾਂ ਸਾਡੇ ਹੋਰ ਕੋਈ ਕੰਮ ਆਉਂਦਾ ਨਹੀਂ ਹੈ। ਮਹਾਰਾਜ ਕਹਿੰਦੇ ਅੰਤ ਬਾਰ ਨਾਨਕ ਬਿਨ ਹਰਿ ਜੀ ਕਉ ਕੰਮ ਨਾ ਆਇਓ। ਬਈ ਅੰਤ ਸਮੇਂ ਕਿਸੇ ਨੇ ਕੰਮ ਨਹੀਂ ਆਇਆ ਕੋਈ ਵੀ। ਸਾਰਾ ਜਿਹੜਾ ਇੱਧਰ ਕਟੰਬ ਸੀ, ਕਟੰਬ ਵੀ ਇੱਧਰ ਰਹਿ ਗਿਆ। ਜਿਹੜਾ ਧੰਦਾ ਕਰਦੇ ਸੀ ਉਹ ਵੀ ਸਾਰਾ ਇੱਥੇ ਰਹਿ ਗਿਆ। ਫਿਰ ਉਦੋਂ ਮਨ ਪਛਤਾਉਂਦਾ, ਇਹ ਉਦੋਂ ਇਹਨੂੰ ਭੇਦ ਖੁੱਲ੍ਹਦਾ ਬਈ ਮੈਂ ਆਪਣੇ ਹੱਥੀਂ ਆਪ ਹੀ ਆਪਦੇ ਪੈਰਾਂ 'ਤੇ ਕੁਹਾੜਾ ਮਾਰ ਲਿਆ। ਮਾਰੇ ਕਹਿੰਦੇ ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਆਏ ਕਹਾੜਾ ਮਾਰਿਆ ਗਾਫਲ ਆਪਣੇ ਹੱਸ। ਬਈ ਇੱਕ ਦਾ ਸਿਮਰਨ ਛੱਡ ਕੇ ਜਦੋਂ ਅਸੀਂ ਦੂਜੇ ਨੂੰ ਮੰਨਦੇ ਹਾਂ, ਦੂਜੇ ਨੂੰ ਸਿਮਰਦੇ, ਫਿਰ ਅਸੀਂ ਡੁੱਬਦੇ, ਫਿਰ ਅਸੀਂ ਜੀਵਨ ਦਾ ਲਾਹਾ ਨਹੀਂ ਖੱਟਦੇ ਹੈ। ਹੁਣ ਇਹੋ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਭਵਿੱਖਬਾਣੀ ਕੀਤੀ ਹੈ। ਬਈ ਕਲਯੁਗ ਦਾ ਸਮਾਂ ਇੱਦਾਂ ਦਾ ਆਏਗਾ ਬਈ ਸ਼ਾਸਤਰਾਂ ਨੂੰ, ਵੇਦਾਂ ਨੂੰ, ਗੁਰਬਾਣੀ ਨੂੰ ਕੋਈ ਮੰਨੇਗਾ ਹੀ ਨਹੀਂ। ਆਪੋ ਆਪਣੀ ਮੱਤ ਦੁਆਰਾ ਜੀ ਪੂਜਾ ਸ਼ੁਰੂ ਕਰ ਦੇਣਗੇ, ਆਪੋ ਆਪਣੀ ਮੱਤ ਦੁਆਰਾ ਮੰਨਣਾ ਸ਼ੁਰੂ ਕਰ ਦੇਣਗੇ। ਮਹਾਰਾਜ ਕਹਿੰਦੇ ਸਾਸਤ ਵੇਦ ਨ ਮਾਨੇ ਕੋਈ, ਆਪੋ ਆਪੇ ਪੂਜਾ ਹੋਏ। ਬਈ ਸ਼ਾਸਤਰਾਂ ਦਾ, ਵੇਦਾਂ ਦਾ ਕਹਿਣਾ ਜੀ ਮੰਨਣਗੇ ਹੀ ਨਹੀਂ, ਆਪਦੀ ਮੱਤ ਦੁਆਰਾ ਮੰਨਣਗੇ। ਹੁਣ ਇਸੇ ਤਰ੍ਹਾਂ ਹੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਰੋਜ਼ ਸਮਝਾਉਂਦੇ ਬਈ ਕੋਈ ਜੀਵ ਬੁੱਤਾਂ ਦੀ ਪੂਜਾ ਕਰਦਾ, ਕੋਈ ਜੀਵ ਪਸ਼ੂਆਂ ਦੀ ਪੂਜਾ ਕਰਦਾ,
कोई जीव मरियां की पूजा करता है, जोड़े मर गए उन्होंने मनता है। इस तरह महाराज कहते सारे जीव कूड़ दे विच वजे हुए ने, कूड़ नाल जुड़े हुए ने। जो परमात्मा निरंकार जो सदा साडे अंग संग है, ਉਹਦਾ ਇਹਨਾਂ ने भेद नहीं लिया गुरबाणी गुरु पासों, इन्होंने सच्ची संगत नहीं की थी। मारे कहते को बतान को पूजत है पस, को मिरतान को पूजन चायो। ऊर किरिया में उर्जो सब ही जग, श्री भगवान को भेद न पायो। सच्चे पातशाह कहते इस तरह जीव दूजे की पूजा करता, दूजे नूं मनदा। कोई बुतां की पूजा, कोई पशुआं की पूजा, कोई मरिया होयां की पूजा, इस तरह करती। हुण इत्थों साडी अज्ञानता का पता लगता भी असीं गुरबाणी गुरु नूं नहीं मनदे, असीं आपदी मत दुबारा चलदे। हुण महाराज सानूं समझाउंदे बई जिहड़ा जीव मरियां की पूजा करता, मरिया नूं मनदा है, हुण जिहड़े चले गए जे तां उन्हां ने भगती कीती, उन्हां नूं सच दा ज्ञान सी, नाम दा भेद सी, फिर तां जदों उन्हां ने देह छड्डी वो सच दा रूप हो गई, मालक च लीन हो गई। ते जे उन्हां ने सिमन भगती कीती नहीं, सत संगत कीती कोई नहीं, सिमन कीता कोई नहीं, नाम का भेद कोई नहीं है, सच का भेद कोई नहीं लिया, सारी उम्र धंधा ही करते रहे, कर्म ही करते रहे। फिर जदों उन्हां दा समा खत्म होया, देह छड्डण तो मगरों उन्हां दे इन्नी कुट पई, कुट कुट के उन्होंने दूसरियां जूनां च पा दित्ता। बेला तां किसे नूं छड्डदा ही नहीं बई वो सानू दुख दवे, जां वो सानू परेशान करे, जां वो कहे भी मैनू मनो, मेरी पूजा करो। सिर्फ दो ही रस्ते ने, जां तां मानस जामे विच असीं हुण भगती करके मालक नाल मिलाप कर लीए, ते फिर असीं जदों देह छड्डांगे असीं सिद्धा ही मालक दे विच लीन हो जांगे, उहदे विच समा जांगे। जे हुण असीं भगती नहीं करते, एक नूं नहीं मनते, असीं दूजे नूं मनते, फिर असीं मुक्त नहीं होवांगे, फिर असीं वापस फिर जूनां च जावांगे। ते जदों एक जून दे विचों दूसरी जून दे विच जीव जांदा है, उहनूं पिछोकड़ बुला दिंदे। उहनूं नहीं चेता रहिंदा भी इस तो पहलां मेरा जन्म कित्थे सी। जिवें हुण आपां नूं नहीं पता बई इस तो पहलां साडा जीवन कित्थे सी, किहड़ा जन्म सी असीं, क्योंकि आपां किहड़ा कोई हुण नवें आए हैं। ये तो है नहीं बई असीं जदों आ शरीर नहीं सी सानूं मिलिया सी उदों नहीं सी, आपां उदों भी सी। जदों आपां नूं आ घर नहीं सी मिलिया उदों आपां नूं कोई होर घर मिलिया होया सी, उदों आपां किसी होर घर च वसदे सी। ते जदों हुण आपां नूं आ घर मिल गया, ये मिलिया ये भी कुछ समय वास्ते, ये भी सदा नहीं रहना, मिथया होया। इस करके फिर आपां नूं समझाउंदे भी इदां दे घर असीं पता नहीं किन्ने क बार असीं जन्म लए, गां दी गां असीं बदलदे ही आ रहे हैं, घरां दे विचों दी हुंदे ही आ रहे हैं। महाराज कहंदे अस्थावर जंगम कीट पतंगा, अनक जन्म किए बहु रंगा। ऐसे घर हम बहुत वसाए, जब हम राम गर्भ होए आए। भी इजां दे घर सानू पता नहीं किन्नी क बार मिले, कीड़े मकौड़े बनते रहे, और सप बनते रहे, पहाड़ बनते रहे। ये घरां दे विच दी आपां हुंदे आ रहे। हुण आपां रहे तां उत्थे, पर आपां नूं याद नहीं, आपां नूं पता नहीं पिछोकड़, क्योंकि आपां नूं भुल गए भी वो घर दे विच रह के असीं किन्नियां क तकलीफां झल्लियां, किन्ना क असीं दुखी होए, वो सारा कुछ आपां नूं भुल गए, आपां नूं नहीं याद रहिंदा। इसे तरह ही जदों असीं आह देह नूं छड्डांगे, जे सानूं कोई होर आकार मिल गया तो सानूं आह भुल जाना भी इस आकार च असीं किन्नियां क तकलीफां कट्टियां, किन्ना क असीं दुख झेलिया, वो सारा कुछ भुला दिंदे ने। सो इस करके फिर आपां नूं कहंदे भी दूजे नूं मन्नना ये अज्ञानता है।
ਆਪਾਂ ਨੂੰ ਸਮਝਾਉਂਦੇ ਮਾਰੇ ਕਹਿੰਦੇ ਹਰ ਬਿਨ ਅਵਰ ਨਾ ਪੂਜੋ ਮੜੇ ਮਸਾਨ ਨਾ ਜਾਈ। ਬਈ ਹਰੀ ਤੋਂ ਬਿਨਾਂ ਪਰਮਾਤਮਾ ਤੋਂ ਬਿਨਾਂ ਹੋਰ ਨੂੰ ਪੂਜਣਾ ਇਹ ਅਗਿਆਨਤ ਹੈ, ਇਹ ਮਨਮੁਖਤ ਹੈ। ਪਰ ਇਸ ਜੀਵ ਦਾ ਫਾਇਦਾ ਉਹ ਜੀਵ ਚੁੱਕਦੇ ਜਿਨ੍ਹਾਂ ਨੂੰ ਸੰਸਾਰ 'ਚ ਜੀਵ ਸਿਆਣੇ ਕਹਿੰਦੇ, ਵੀ ਇਹ ਸਿਆਣੇ ਨੇ ਜੀ। ਸਿਆਣੇ ਕਹਿਣਗੇ ਵੀ ਤੁਹਾਡਾ ਬਜ਼ੁਰਗ ਉਹ ਭੁੱਖਾ ਫਿਰਦਾ ਹੈ, ਉਹ ਰੋਟੀ ਮੰਗਦਾ ਹੈ। ਉਹ ਕਹਿਣਗੇ ਉਹ ਪ੍ਰੇਤ ਬਣ ਗਏ, ਉਹ ਨੰਗਾ ਫਿਰਦਾ, ਉਹ ਕੱਪੜੇ ਮੰਗਦਾ। ਹੁਣ ਜੀ ਫਿਰ ਵੀ ਮੰਗਦੇ, ਫਿਰ ਵੀ ਉਹਨਾਂ ਨੂੰ ਰੋਟੀ ਦਿੰਦੇ, ਫਿਰ ਵੀ ਉਹਨਾਂ ਨੂੰ ਕੱਪੜਾ ਦਿੰਦੇ। ਹਾਲਾਂਕਿ ਇਹ ਕਿੱਡੀ ਅਗਿਆਨਤ ਹੈ। ਹੁਣ ਜਿਹੜਾ ਜੀਵ ਚੱਲਾ ਹੀ ਗਿਆ ਅਤੇ ਉਹਨੂੰ ਤਾਂ ਪਤਾ ਹੀ ਨਹੀਂ ਵੀ ਮੇਰਾ ਪਹਿਲਾਂ ਇੱਥੇ ਇਹ ਘਰ ਦੇ ਵਿੱਚ ਜਨਮ ਸੀ, ਅਤੇ ਫਿਰ ਉਹਨੇ ਕਿੱਥੋਂ ਰੋਟੀ ਮੰਗਣੀ। ਜਿੱਥੇ ਉਹ ਆਕਾਰ 'ਚ ਚੱਲਾ ਗਿਆ, ਉਹ ਆਕਾਰ ਦੇ ਵਿੱਚ ਰੋਟੀ ਖਾਏਗਾ, ਸੂਖਮ ਤਾਂ ਰੋਟੀ ਖਾਂਦਾ ਹੀ ਨਹੀਂ ਹੈ। ਜੇ ਉਹ ਪ੍ਰੇਤ ਬਣ ਵੀ ਗਿਆ ਹੈ, ਪ੍ਰੇਤ ਨੂੰ ਨਾ ਤਾਂ ਰੋਟੀ ਦੀ ਲੋੜ ਹੈ ਅਤੇ ਨਾ ਉਹਨੂੰ ਆ ਕੱਪੜੇ ਦੀ ਲੋੜ ਹੈ। ਜਿਹੜਾ ਆਪਾਂ ਇਹ ਕੱਪੜਾ ਪਹਿਨਦੇ ਉਹ ਸੂਖਮ ਆਕਾਰ ਹੁੰਦਾ ਉਸ ਦਾ, ਨਾ ਉਹ ਰੋਟੀ ਖਾਵੇ ਅਤੇ ਨਾ ਉਹ ਕੱਪੜਾ ਪਹਿਨੇ, ਉਹਨੂੰ ਲੋੜ ਹੀ ਨਹੀਂ ਆ ਕੱਪੜੇ ਦੀ, ਰੋਟੀ ਦੀ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਹੜੇ ਜੀਵ ਚਲੇ ਗਏ, ਕੋਈ ਮ੍ਰਿਤਕਾਂ ਦੀ ਪੂਜਾ ਕਰਦਾ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਕੋਈ ਹੋਰ ਵੱਡੇ ਵਡੇਰਿਆਂ ਨੂੰ ਮੰਨਦਾ ਹੈ, ਅਤੇ ਮਹਾਰਾਜ ਕਹਿੰਦੇ ਵੀ ਉਹ ਸੰਸਾਰ ਦੇ ਵਿੱਚ ਧੰਦਾ ਕਰਦੇ ਚਲੇ ਗਏ ਮਾਇਆ ਦਾ, ਅਤੇ ਇਹ ਧੰਦਾ ਕਿਸੇ ਨੇ ਨਿਬੇੜਿਆ ਨਹੀਂ ਹੈ, ਜਿਹੜਾ ਅਸੀਂ ਵੀ ਅੱਗੇ ਕਰਨ ਲੱਗੇ ਹੋਏ। ਮਹਾਰਾਜ ਕਹਿੰਦੇ ਕਰ ਕਰ ਥਾਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਮਾਇਆ ਕਾਜ ਪੂਰੇ। ਬਈ ਇਹ ਮਾਇਆ ਦੇ ਕਾਰਜ ਕਿਸੇ ਨੇ ਪੂਰੇ ਕੀਤੇ ਨਹੀਂ, ਇਹ ਅਧੂਰੇ ਹੀ ਛੱਡ ਕੇ ਜੀਵ ਅੱਗੇ ਜਾਂਦਾ ਲੱਗਦਾ। ਇਸ ਕਰਕੇ ਆਪਾਂ ਨੂੰ ਕਹਿੰਦੇ ਵੀ ਉਹ ਕਾਰਜ ਕਰ ਲਓ ਜਿਹੜਾ ਪੂਰਾ ਹੋ ਸਕਦਾ। ਜਿਹੜਾ ਕਾਰਜ ਕਰਨ ਵਾਸਤੇ ਸਾਨੂੰ ਭੇਜਿਆ, ਜਿਹੜਾ ਪੂਰਾ ਹੋ ਸਕਦਾ, ਜੀਵ ਉਹ ਨਹੀਂ ਕਰਦਾ। ਜਿਹੜੇ ਕਦੇ ਪੂਰੇ ਹੋਣੇ ਨਹੀਂ, ਉਹ ਅਸੀਂ ਕਰਨ ਲੱਗੇ ਹੋਏ ਹਾਂ। ਅਤੇ ਮਹਾਰਾਜ ਕਹਿੰਦੇ ਇਹ ਤਾਂ ਪੂਰੇ ਹੁੰਦੇ ਹੀ ਨਹੀਂ ਕਿਸੇ ਦੇ ਵੀ। ਕਰ ਕਰਕੇ ਥੱਕ ਗਏ, ਕਿੰਨੇ ਵੱਡੇ ਵਡੇਰੇ ਚਲੇ ਗਏ, ਅਤੇ ਫਿਰ ਉਵੇਂ ਦੀ ਉਵੇਂ ਹੀ ਨੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਉਹ ਕਾਰਜ ਕਰੋ ਜਿਹੜਾ ਇੱਕੋ ਤੁਹਾਡਾ ਰਾਮ ਸਿਮਰ, ਰਾਮ ਸਿਮਰ ਇਹ ਤੇਰੇ ਕਾਜ ਹੈ। ਬਈ ਮਾਲਕ ਹੈ ਜੋ ਪਰਮਾਤਮਾ, ਉਹ ਹਰ ਜਗ੍ਹਾ 'ਚ ਹੀ ਹੈ, ਘਟ ਘਟ ਦੇ ਵਿੱਚ ਉਹ ਮੌਜੂਦ ਹੈ। ਹੁਣ ਜਿਹੜਾ ਜੀਵ ਮਾਲਕ ਇੱਕ ਨੂੰ ਮੰਨਦਾ ਨਹੀਂ, ਦੂਜੇ ਨੂੰ ਮੰਨਦਾ ਹੈ, ਉਹਦੇ ਵਰਤਾਏ ਫਿਰ ਕਹਿੰਦੇ ਨੇ ਬਈ ਇਹ ਮਾਇਆ ਧਾਰੀ ਹੈ, ਮਾਇਆ ਦੇ ਨਾਲ ਜੁੜਿਆ ਹੋਇਆ ਹੈ। ਬਈ ਜਿਵੇਂ ਆਪਾਂ ਕਹਿੰਦੇ ਸਿਮਰਨ ਕਰੋ, ਸਿਮਰਨ ਦਾ ਭਾਵ ਹੁੰਦਾ ਯਾਦ ਕਰਨ। ਸਿਮਰਨ ਤਾਂ ਮਨਮੁਖ ਵੀ ਕਰਦਾ, ਪਰ ਉਹ ਸਿਮਰਨ ਕਰਦਾ ਹੈ ਮਾਇਆ ਦਾ, ਇਹ ਦਾਸੀ ਦਾ। ਪਰਮਾਤਮਾ ਨੂੰ ਛੱਡ ਕੇ, ਇੱਕ ਨੂੰ ਛੱਡ ਕੇ ਉਹ ਮਾਇਆ ਨੂੰ ਸਿਮਰਦਾ, ਦਾਸੀ ਨੂੰ। ਅਤੇ ਮਹਾਰਾਜ ਕਹਿੰਦੇ ਠਾਕਰ ਛੋੜ ਦਾਸੀ ਕੋ ਸਿਮਰੇ, ਮਨਮੁਖ ਅੰਧ ਗਿਆਨਾ ਹਰ ਕੀ ਭਗਤ ਕਰੇ ਤੇ ਨਿੰਦੇ ਨਗੁਰਾ ਪਸ਼ੂ ਸਮਾਨਾ। ਬਈ ਨਿੰਦਿਆ ਉਹਨਾਂ ਦੀ ਕਰਦਾ ਜਿਹੜੇ ਮਾਲਕ ਦੀ ਭਗਤੀ ਕਰਦੇ, ਪਰਮਾਤਮਾ ਦੀ। ਆਪ ਦੂਜੇ ਦੀ ਕਰਦਾ, ਆਪ ਮਾਇਆ ਦੀ ਕਰਦਾ। ਬਈ ਜੇ ਉਹ ਕਰਦਾ ਵੀ ਹੈ ਅਤੇ ਮਾਇਆ ਵਾਸਤੇ ਹੀ ਕਰਦਾ, ਸੰਸਾਰ ਦੀਆਂ ਮੰਗਾਂ ਵਾਸਤੇ। ਇਹੀਓ ਕਾਰਨ ਸੀ ਵੀ ਜੀਵ ਅੱਗੇ ਪੁਰਾਣੇ ਸਮੇਂ 'ਚ ਵੀ ਜਦੋਂ ਭਗਤੀ ਕਰਦੇ, ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਬਈ ਉਹ ਭਗਤੀ ਕਰਦੇ ਸਰੀਰ ਨੂੰ ਦੁੱਖ ਦਿੰਦੇ, ਸਰੀਰ ਨੂੰ ਇੰਨਾ ਦੁੱਖ ਦੇ ਕੇ ਵੀ, ਕਸ਼ਟ ਦੇ ਕੇ ਵੀ, ਸਾਰੀ ਸਾਰੀ ਰਾਤ ਜਾਗ ਕੇ ਵੀ, ਪਰ ਉਹ ਵਿੱਚ ਸਵਾਰਥ ਇਹੀਓ ਰੱਖਦੇ ਵੀ ਸਾਨੂੰ ਸ਼ਕਤੀਆਂ ਮਿਲਣ, ਜਾਂ ਸਾਡੇ ਕੋਲ ਲੋਕ ਡਰਨ, ਜਾਂ ਅਸੀਂ ਜਿਹੜੀ ਗੱਲ ਆਖੀ ਉਹ ਪੂਰੀ ਹੋ ਜੇ। ਕਿਸੇ ਨੂੰ ਅਸੀਂ ਸ਼ਰਾਪ ਦੇ ਦਈਏ ਅਤੇ ਉਹ ਸ਼ਰਾਪ ਤੋਂ ਬਚ ਨਾ ਸਕੇ, ਕਿਸੇ ਨੂੰ ਅਸੀਂ ਵਰ ਦੇ ਦਈਏ
तो वर दिता होया पूरा हो जे। इस तरह फिर वो जदों भगती भी करते अलग अलग, कोई किसी देवते की पूजा करता, कोई किसी की करता, तो उसनों प्रगट करके वो फिर वर ले लेंगे भी सानू आह वर चाहिए, साडी आह मंग है, साडी आह इच्छा है। इस करके फिर वो जदों वर भी ले लेंगे भी उन्होंने अंदरों जोड़ा हौमे हंकार वो खत्म नहीं सी हुंदा। ताइयों महाराज ने फिर गुरु नानक देव जी ने सानू जिहड़ा भगती का मार्ग ही सौखा दसिया, साडी भगती ही उन्होंने रौखी बदल दिता। बई जैसे जीव त्रै गुणां च भगती करदी सी, महाराज कहंदे तुसीं ये त्रै गुणां नूं छड्डो, तुसीं चौथे पद दे विच आओ। भी जदों तुसीं चौथे पद च आओगे उत्थे ही साडी जिहड़ी भगती है शुरू होनी, जदों तुसीं नाम दे नाल जुड़ोगे। महाराज कहंदे त्रै गुण मेटे चौथे वरते, इहां भगत निरारी, निराली भगती सौखी। बई जिथे जीव देह नूं इन्ना कष्ट दिंदे सी, किन्ने किन्ने साल वो लगे रहिंदे कादे वास्ते, आ संसार दीयां मंगां वास्ते भी साडी आ मंग पूरी हो जी, सानू आ वर मिल जी। वो फिर जदों वर मिल भी जांदा ते नाल होर हौमे होर हंकार आ जांदा भी हुण जो असीं आखांगे उहिओ हो जाना। इस वास्ते फिर महाराज ने सानू आखिया भी हौमे जीव की मिटनी ही उदों है जदों ये चौथे पद विच जाएगा, जदों ये ब्रह्म नूं मिलेगा, ब्रह्म की पूजा करेगा। महाराज कहंदे त्रै गुण मेटे चौथे चित लाया, नानक हौमे मार ब्रह्म मिलाया। बई आपां नूं उन्होंने दसिया महाराज ने बई ये सौखी भगती है, बई मन नूं त्रै गुणां तों रहत करो, विचारां तो रहत करो। बई जिसे जीव जागदे सी, जाग के इन्नी भगती करदे सी आपदी मत द्वारा, ते महाराज कहंदे जिन्ना छेती हो सकदा तुसीं सौं जाओ, इस शरीर नूं खाली कर दो। बई जिन्नी छेती असीं इस शरीर नूं छड्डांगे, जिन्हों आपां अपनी भाषा च नींद कहने, गुरबाणी च उहनूं सुन कहंदे ने। जदों हुण आपां ही सिमरन करदे हां, सिमरन करदे करदे आपां नूं नींद आउणी चाहीदी, आपां सौं जाना। जदों आपां सौं जांदे हां ते किन्ना ही समा लंघ जांदा, सुत्तिआं नूं आपां नूं पता ही नहीं लगदा भी असीं कित्थे चले गए, किन्ना समा बीत गया। फिर आपां पुछदे सतगुरां तो भी सानूं नहीं पता लग्गिआ भी असीं कित्थे चले गए सी। फिर आपां नूं सच्चे पातशाह दसदे भी वो सुन तुहाडा असली घर है। जदों तुसीं इस शरीर च सी, तुसीं पौण च वसदे सी, तुसीं बगाने घर वसदे सी, इत्थे तुहाडे अंदर विचार चलदे सी, फुरने चलदे सी। जदों तुसीं सिमरन कीता, तुसीं पौण तो वख हो गए, तुसीं सुन विच चले गए, तो तुहाडा असल घर है, तुसीं आपदे घर चले गए। महाराज फरमाउंदे सतगुर ते पाई विचार, सुन समाध सच्चे घर वार। हुण आपां वार वार इहो अभ्यास करना सुन च जाण दा भी किन्नी छेती असीं सुन च जांदे, किन्नी छेती सानूं नींद आउंदी है। ज्यों-ज्यों असीं सुन च जावांगे, जिहड़े शरीर दे साडे ज्ञान इंद्रियां असीं इन्हां नूं छड्डदे जाना, इन्हां तो दूर चले जाना भी इन्हां नालों साडा संपर्क टुट जे। फिर सुन तो अगे सहज प्रगट हुंदा है, सहज अपना घर है असल। फिर जदों असीं सहज विच जावांगे, सहज दे विच ज्ञान नूं सानूं साडे जो मन की खुराक है, मन का भोजन अमृत रस वो मिलना। सानूं नाम रतन की जो प्राप्ति है वो सानूं सहज दे विच ज्ञान प्राप्त होना। इस वास्ते फिर महाराज कहंदे सहजे अदृष्ट पछाणीए, नर भौ जोत निरंकार।
ਵੀ ਜਦੋਂ ਅਸੀਂ ਸਹਿਜ ਦੇ ਵਿੱਚ ਗਏ ਸਾਨੂੰ ਉਹ ਦ੍ਰਿਸ਼ਟ ਮਾਲਕ ਦੀ ਵੀ ਪਹਿਚਾਣ ਹੋ ਜਾਣੀ। ਸਾਡੇ ਮਨ ਦੀ ਜਿਹੜੀ ਜੋਤ ਗੁਪਤ ਹੈ ਉਹ ਜੋਤ ਵੀ ਸਹਿਜ ਦੇ ਵਿੱਚ ਗਏ ਹੁੰਦੀ ਪ੍ਰਗਟ ਹੁੰਦੀ ਸਾਨੂੰ ਦਿਸਣ ਲੱਗ ਜਾਂਦਾ। ਸੋ ਇਸ ਵਾਸਤੇ ਫਿਰ ਸਹਿਜ ਆਪਣਾ ਘਰ ਹੈ। ਜਦੋਂ ਅਸੀਂ ਸਹਿਜ 'ਚ ਜਾਵਾਂਗੇ ਸਹਿਜ ਦੀ ਇਹ ਨਿਸ਼ਾਨੀ ਉਦੋਂ ਹੀ ਸਾਡਾ ਜਿਹੜਾ ਮੁੱਖ ਹੈ ਇਹ ਮਿੱਠਾ ਹੋਣਾ ਸ਼ੁਰੂ ਹੋ ਜਾਏਗਾ। ਮਹਾਰਾਜ ਕਹਿੰਦੇ ਸਹਿਜ ਆਨੰਦ ਹੋਆ ਬੜ ਭਾਗੀ ਮਨ ਹਰ ਹਰ ਮੀਠਾ ਲਾਇਆ। ਜਦੋਂ ਆਪਾਂ ਸਹਿਜ ਵਿੱਚ ਚਲੇ ਗਏ ਉੱਥੇ ਸਾਡਾ ਬੋਲਣ ਨੂੰ ਚਿੱਤ ਨਹੀਂ ਕਰਦਾ। ਸੰਸਾਰ ਦੀਆਂ ਜਿੰਨੀਆਂ ਵੀ ਭਾਸ਼ਾਵਾਂ ਨੇ ਜਿਉਂ-ਜਿਉਂ ਮਨ ਸਾਡਾ ਸਹਿਜ ਤੋਂ ਬਾਹਰ ਆਉਂਦਾ ਜਾਂਦਾ ਤੇ ਉਹਨੂੰ ਗਿਆਨ ਹੁੰਦਾ ਜਾਂਦਾ ਸੰਸਾਰ ਦਾ। ਫਿਰ ਇਹ ਭਾਸ਼ਾਵਾਂ ਜਿਹੜੀਆਂ ਸੰਸਾਰ ਦੀਆਂ ਬੋਲੀਆਂ ਜਾਂਦੀਆਂ ਸਹਿਜ ਤੋਂ ਬਾਹਰ ਆ ਕੇ ਜਦੋਂ ਅਸੀਂ ਸਹਿਜ ਦੇ ਵਿੱਚ ਚਲੇ ਗਏ ਉੱਥੇ ਇਹ ਭਾਸ਼ਾ ਖਤਮ ਹੋ ਜਾਂਦੀ। ਉੱਥੇ ਬੋਲਣ ਦੀ ਲੋੜ ਨਹੀਂ ਹੈ। ਜਿਵੇਂ ਆਪਾਂ ਦੇਖਦੇ ਹਾਂ ਜਦੋਂ ਆਪਾਂ ਸੰਸਾਰ 'ਚ ਆਉਂਦੇ ਹਾਂ ਉਦੋਂ ਆਪਾਂ ਨੂੰ ਕੋਈ ਆ ਭਾਸ਼ਾ ਆਉਂਦੀ ਨਹੀਂ, ਆਪਾਂ ਬੋਲਦੇ ਨਹੀਂ। ਬੱਚਾ ਬੋਲਦਾ ਨਹੀਂ ਕਿਉਂਕਿ ਉਹ ਸਹਿਜ ਦੇ ਵਿੱਚ ਹੁੰਦਾ, ਉਹਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਜਿਉਂ-ਜਿਉਂ ਸਹਿਜ ਤੋਂ ਬਾਹਰ ਆਉਂਦਾ ਜਾਂਦਾ ਤਿਉਂ-ਤਿਉਂ ਇਹ ਸੰਸਾਰ ਦੀ ਭਾਸ਼ਾ ਉਹ ਸਿੱਖਦਾ ਜਾਂਦਾ, ਫਿਰ ਉਹ ਬੋਲਣਾ ਸਿੱਖਦਾ। ਹੁਣ ਆਪਾਂ ਉਲਟ ਚੱਲ ਰਹੇ, ਆਪਾਂ ਫਿਰ ਵਾਪਸ ਮੁੜ ਰਹੇ ਹਾਂ ਵੀ ਜਿੱਥੋਂ ਅਸੀਂ ਆਏ ਹਾਂ ਉਧਰ। ਹੁਣ ਜਿਹੜੀ ਅਵਸਥਾ ਦੇ ਵਿੱਚ ਆਪਾਂ ਆਏ ਜਦੋਂ ਸੰਸਾਰ 'ਚ ਬੱਚੇ ਵਾਲੀ ਅਵਸਥਾ ਆਪਾਂ ਉਹਦੇ ਵਿੱਚ ਜਾਣਾ। ਜਿਵੇਂ ਬੱਚਾ ਛੋਟਾ ਹੁੰਦਾ ਉਹਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ, ਮਾਤਾ ਪਿਤਾ ਬਿਨਾਂ ਬੋਲਿਆਂ ਤੋਂ ਹੀ ਸਮਝ ਜਾਂਦੇ ਵੀ ਇਹਨੂੰ ਭੁੱਖ ਲੱਗੀ ਹੈ, ਇਹਨੂੰ ਆਹ ਚੀਜ਼ ਦੀ ਲੋੜ ਹੈ। ਉਦੋਂ ਕਿੰਨਾ ਖਿਆਲ ਰੱਖਦੇ। ਸਗਾ ਤੇ ਜਦੋਂ ਬੋਲਣਾ ਸ਼ੁਰੂ ਕਰ ਦਿੰਦਾ ਉਦੋਂ ਘੱਟ ਖਿਆਲ ਕਰਦੇ, ਜਦੋਂ ਨਹੀਂ ਬੋਲਦਾ ਉਦੋਂ ਜ਼ਿਆਦਾ ਖਿਆਲ ਕਰਦੇ। ਸੋ ਇਸੇ ਤਰ੍ਹਾਂ ਹੀ ਜਦੋਂ ਫਿਰ ਆਪਾਂ ਵੀ ਸਹਿਜ ਦੇ ਵਿੱਚ ਚਲੇ ਗਏ ਫਿਰ ਆਪਣਾ ਜਿਹੜਾ ਮਾਤਾ ਪਿਤਾ ਹੈ ਉਹ ਆਪਣੇ ਇਰਦ ਗਿਰਦ ਰੱਖਿਆ ਚੱਕਰ ਬਣਾ ਲੈਂਦੇ ਤੇ ਆਪਾਂ ਮਾਲਕ ਦੇ ਸਨਮੁਖ ਹੋ ਗਏ। ਤੇ ਫਿਰ ਇਸੇ ਅਵਸਥਾ 'ਚ ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਬਈ ਜਦੋਂ ਇਸ ਅਵਸਥਾ 'ਚ ਮਨ ਚਲਾ ਗਿਆ ਫਿਰ ਮਾਲਕ ਸਾਰੇ ਕਾਰਜ ਮਾਤਾ ਪਿਤਾ ਆਪੇ ਹੀ ਸਵਾਰੀ ਜਾਂਦੇ। ਬੱਚੇ ਨੂੰ ਕੋਈ ਚਿੰਤਾ ਕੋਈ ਫਿਕਰ ਹੁੰਦਾ ਹੀ ਨਹੀਂ। ਇਸ ਅਵਸਥਾ 'ਚ ਫਿਰ ਆਪਣਾ ਮਨ ਅਚਿੰਤ ਹੋ ਜਾਂਦਾ, ਅਚਿੰਤ ਅਵਸਥਾ ਚਲਾ ਜਾਂਦਾ। ਜਿਵੇਂ ਇੱਧਰ ਤਾਂ ਸਾਨੂੰ ਚਿੰਤਾ ਫਿਕਰ ਲੱਗੇ ਨੇ, ਜਦੋਂ ਅਸੀਂ ਸਹਿਜ ਵਿੱਚ ਚਲੇ ਗਏ ਉੱਥੇ ਅਚਿੰਤ ਅਵਸਥਾ 'ਚ ਸਾਡਾ ਮਨ ਆ ਗਿਆ ਤੇ ਅਚਿੰਤ ਹੀ ਫਿਰ ਆਪਣੇ ਅੰਦਰ ਅਨਹਦ ਬਾਣੀ ਉਹ ਪ੍ਰਗਟ ਹੋ ਜਾਂਦੀ ਹੈ। ਅਚਿੰਤ ਅਵਸਥਾ 'ਚ ਸਾਡੇ ਅੰਦਰ ਮਾਲਕ ਗਰਜਦਾ, ਜਿਸ ਨੂੰ ਮਹਾਰਾਜ ਕਹਿੰਦੇ ਅਚਿੰਤ ਹਮਾਰੇ ਅਨਹਦ ਵਾਜੇ ਅਚਿੰਤ ਹਮਾਰੇ ਗੋਬਿੰਦ ਗਾਜੇ। ਵੀ ਜਦੋਂ ਸਹਿਜ 'ਚ ਚੱਲਿਆ ਗਿਆ ਅਚਿੰਤ ਅਵਸਥਾ 'ਚ ਅਚਿੰਤ ਹੀ ਫਿਰ ਉੱਥੇ ਸਹਿਜ ਸੁਭਾਈ ਹੁੰਦਾ ਹੈ। ਅਚਿੰਤ ਹੀ ਮਾਲਕ ਗਰਜਦਾ, ਨਾਦ ਪ੍ਰਗਟ ਹੁੰਦਾ ਹੈ। ਅਚਿੰਤ ਹੀ ਫਿਰ ਆਪਾਂ ਨੂੰ ਅਨਹਦ ਸ਼ਬਦ ਅਨਹਦ ਬਾਣੀ ਉਹ ਪ੍ਰਗਟ ਹੋ ਜਾਂਦੀ ਹੈ। ਇਸ ਵਾਸਤੇ ਫਿਰ ਇਸ ਅਵਸਥਾ 'ਚ ਕਹਿੰਦੇ ਨੇ ਸੇਵ ਨਾ ਮਿਲਿਓ ਕਾਲ ਨਾ ਮਿਲਿਓ ਆਇਓ ਮਿਲਿਓ ਅਚਿੰਤ। ਬਈ ਉਦੋਂ ਸਾਡਾ ਮਨ ਅਚਿੰਤ ਅਵਸਥਾ 'ਚ ਆ ਜਾਂਦਾ ਵੀ ਇਹਨੂੰ ਕਿਸੇ ਕਿਸਮ ਦੀ ਕੋਈ ਚਿੰਤਾ ਕੋਈ ਫਿਕਰ ਰਹਿੰਦਾ ਨਹੀਂ। ਜਦ ਤੱਕ ਅਸੀਂ ਇੱਧਰ ਹਾਂ ਤ੍ਰੈ ਗੁਣਾਂ 'ਚ ਉਹਨਾਂ ਸਮਾਂ ਸਾਨੂੰ ਚਿੰਤਾ ਵੀ ਲੱਗੀ ਰਹਿਣੀ ਫਿਕਰ ਵੀ ਲੱਗੇ ਰਹਿਣੇ। ਅਸੀਂ ਉਹਦਾ ਬੇਸ਼ੱਕ ਕਹੀ ਚੱਲੀਏ ਵੀ ਚਿੰਤਾ ਨਹੀਂ ਕਰਨੀ ਫਿਕਰ ਨਹੀਂ ਕਰਨਾ, ਪਰ ਜਦ ਤੱਕ ਅਸੀਂ ਤ੍ਰੈ ਗੁਣਾਂ 'ਚੋਂ ਸਾਨੂੰ ਆਪਦੇ ਆਪ ਹੀ ਹੋ ਜਾਣਾ ਕਿਉਂਕਿ ਅਸੀਂ ਇਹਨਾਂ ਦੇ ਦਾਇਰੇ 'ਚ। ਜਿਵੇਂ ਹੁਣ ਕਹਿੰਦਾ ਤਾਂ ਹਰ ਇੱਕ ਜੀਵ ਹੀ ਵੀ ਚਿੰਤਾ ਨਹੀਂ ਕਰਨੀ ਚਾਹੀਦੀ। ਕਿਸੇ ਵੀ ਜੀਵ ਨੂੰ ਕੋਈ ਰੋਗ ਲੱਗਦਾ ਉਹ ਦਵਾਈ ਲੈਣ ਜਾਂਦਾ ਡਾਕਟਰਾਂ ਪਾਸ ਤੇ ਡਾਕਟਰ ਨੂੰ ਸਲਾਹ ਦਿੰਦੇ ਵੀ ਚਿੰਤਾ ਨਹੀਂ ਕਰਨੀ ਫਿਕਰ ਨਹੀਂ ਕਰਨਾ।
ਹੁਣ ਉਹ ਨਾ ਚਾਹੁੰਦੇ ਹੋਏ ਵੀ ਫਿਰ ਵੀ ਉਹਨੂੰ ਲੱਗੀ, ਕਿਉਂਕਿ ਇੱਦਾਂ ਗੱਲਾਂ ਬਾਤਾਂ ਦੇ ਨਾਲ ਅਸੀਂ ਕਿੰਨਾ ਵੀ ਕਹੀ ਚੱਲੀਏ ਵੀ ਚਿੰਤਾ ਨਹੀਂ ਕਰਨੀ, ਪਰ ਉਹ ਤੋਂ ਅਸੀਂ ਮੁਕਤ ਹੋ ਹੀ ਨਹੀਂ ਸਕਦੇ ਜਦ ਤੱਕ ਅਸੀਂ ਘਰੇ ਜਾਂਦੇ, ਕਿਉਂਕਿ ਅਸੀਂ ਜਦੋਂ ਤੱਕ ਦਾਇਰੇ ਵਿੱਚ ਇਹਨਾਂ ਦੇ 3 ਗੁਣਾਂ 'ਚ ਅਸੀਂ ਚਿੰਤਾ ਦੇ ਦਾਇਰੇ 'ਚ ਤੇ ਉਹ ਸਾਨੂੰ ਲੱਗਣੀ। ਜਿਵੇਂ ਆ ਹੁਣ ਚੱਲਦੀ ਹੈ ਬਿਮਾਰੀ, ਆਪਾਂ ਕਹਿੰਦੇ ਹਾਂ ਵੀ ਆ ਕਰੋਨਾ। ਹੁਣ ਜੇ ਅਸੀਂ ਉਹ ਥਾਵਾਂ 'ਤੇ ਜਾਵਾਂਗੇ ਜਿੱਥੇ ਉਹ ਹੈਗਾ ਹੈ ਤੇ ਉਹ ਸਾਨੂੰ ਲੱਗਣਾ ਹੀ ਲੱਗਣਾ, ਆਪਾਂ ਉਹ ਤੋਂ ਬਚ ਨਹੀਂ ਸਕਦੇ। ਜੇ ਅਸੀਂ ਉਹਦੇ ਦਾਇਰੇ 'ਚ ਚਲੇ ਗਏ ਜਿੱਥੇ ਉਹਦਾ ਗਾਢ ਹੈ, ਜਿੱਥੇ ਉਹ ਜ਼ਿਆਦਾ ਹੈ, ਆਪਾਂ ਉਹਦੇ 'ਚ ਜਾਵਾਂਗੇ ਉਹਨੇ ਆਪਾਂ ਨੂੰ ਵੀ ਲੱਗ ਜਾਣਾ। ਅਤੇ ਜੇ ਆਪਾਂ ਉੱਥੇ ਨਾ ਜਾਵਾਂਗੇ ਫਿਰ ਆਪਾਂ ਉਹ ਤੋਂ ਬਚ ਸਕਦੇ। ਇਸੇ ਤਰ੍ਹਾਂ ਹੀ ਇਹ 3 ਗੁਣਾਂ ਦੇ ਵਿੱਚ ਇੱਥੇ ਲਹਿਰਾਂ ਨੇ, ਸਹਿੰਸੇ, ਫਿਕਰ, ਚਿੰਤਾਵਾਂ, ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ। ਹੁਣ ਜੇ ਅਸੀਂ ਉੱਦਾਂ ਕਹੀ ਜਾਵਾਂਗੇ ਵੀ ਅਸੀਂ ਇਹ ਕਰਨਾ ਨਹੀਂ, ਅਤੇ ਅਸੀਂ ਬੈਠੇ ਉੱਥੇ ਹੀ ਹਾਂ 3 ਗੁਣਾਂ 'ਚ, ਅਤੇ ਫਿਰ ਤਾਂ ਸਾਨੂੰ ਹੋਣੀਆਂ ਹੀ ਹੋਣੀਆਂ, ਫਿਰ ਤਾਂ ਲੱਗਣੀਆਂ। ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਇਹਨਾਂ ਤੋਂ ਬਚਣਾ ਫਿਰ ਤੁਸੀਂ ਆਪਦੇ ਘਰ ਆ ਜਾਓ, ਤੁਸੀਂ ਸਹਿਜ ਵਿੱਚ ਆ ਜਾਓ। ਜਦੋਂ ਤੁਸੀਂ ਸਹਿਜ 'ਚ ਆ ਜਾਓਗੇ ਉੱਥੇ ਇਹ ਚੀਜ਼ਾਂ ਨਹੀਂ ਹੈ, ਉੱਥੇ ਚਿੰਤਾ ਫਿਕਰ ਨਹੀਂ ਹੈ, ਉੱਥੇ ਜਾ ਕੇ ਸਾਡਾ ਮਨ ਅਚਿੰਤ ਅਵਸਥਾ 'ਚ ਆ ਜਾਂਦਾ ਹੈ। ਜਦੋਂ ਅਚਿੰਤ ਅਵਸਥਾ 'ਚ ਆ ਗਿਆ ਫਿਰ ਅੱਗੇ ਉਹ ਸਹਿਜ ਦੇ ਵਿੱਚੋਂ ਹੀ ਆਪਣਾ ਜਿਹੜਾ ਖੇਲ ਹੈ ਅੱਗੇ ਫਿਰ ਸਾਰਾ ਚੱਲਦਾ ਹੈ। ਤਾਈਓ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪਾਂ ਨੂੰ ਸਮਝਾਉਂਦੇ ਨੇ, ਹਰ ਜੀ ਸੂਖਮ ਅਗੰਮ ਹੈ, ਕਿਤ ਵਿਦ ਮਿਲਿਆ ਜਾਏ, ਗੁਰ ਕੇ ਸ਼ਬਦ ਭਰਮ ਕੱਟੀਏ, ਚਿੰਤ ਵਸੀ ਮਨ ਆਈ। ਬਈ ਅਸੀਂ ਹੁਣ ਜੋ ਮਾਲਕ ਹੈ ਉਹ ਸੂਖਮ ਹੈ, ਅਦਿੱਖ ਹੈ, ਬਈ ਉਹਨੂੰ ਕਿਵੇਂ ਮਿਲੀਏ। ਅਤੇ ਮਹਾਰਾਜ ਕਹਿੰਦੇ ਵੀ ਤੁਸੀਂ ਗੁਰੂ ਦੇ ਸ਼ਬਦ ਦੁਆਰਾ ਸਿਮਰਨ ਅਭਿਆਸ ਕਰਕੇ ਸਹਿਜ ਦੇ ਵਿੱਚ ਚਲੇ ਜਾਓ। ਜਦੋਂ ਤੁਸੀਂ ਸਹਿਜ 'ਚ ਚਲੇ ਗਏ ਫਿਰ ਉਹ ਅਚਿੰਤ ਹੀ ਸਾਡੇ ਹਿਰਦੇ ਵਿੱਚ ਆ ਕੇ ਮਾਲਕ ਨੇ ਵਸ ਜਾਣਾ ਹੈ। ਤੁਸੀਂ ਹੁਣ ਸਹਿਜ ਵਿੱਚ ਜਾਣ ਵਾਸਤੇ, ਆਪਦੇ ਘਰ ਜਾਣ ਵਾਸਤੇ ਫਿਰ ਇਹ ਆਪਾਂ ਸ਼ਬਦ ਗੁਰੂ ਦੀ ਕਮਾਈ ਕਰਦੇ ਹਾਂ, ਇਹ ਆਪਾਂ ਸਿਮਰਨ ਕਰਦੇ ਗੁਰੂ ਮੰਤਰ ਦਾ, ਤਾਂ ਕਿ ਆਪਾਂ ਇਹਨਾਂ ਲਹਿਰਾਂ ਦੇ ਵਿੱਚੋਂ 3 ਗੁਣਾਂ ਦੇ ਵਿੱਚੋਂ ਉੱਪਰ ਉੱਠੀਏ ਅਤੇ ਆਪਦੇ ਘਰ ਸਹਿਜ ਦੇ ਵਿੱਚ ਜਾਈਏ। ਹੁਣ ਇਹ 2 ਹੀ ਤਰੀਕੇ ਸਹਿਜ 'ਚ ਜਾਣ ਦੇ, ਇੱਕ ਤਾਂ ਇਹ ਆਪਾਂ ਸਿਮਰਨ ਕਰਦੇ ਗੁਰਮੰਤਰ ਦਾ ਅਭਿਆਸ, ਅਤੇ ਨਾਲ ਸਾਨੂੰ ਗਿਆਨ ਦਿੱਤਾ ਜਾਂਦਾ ਗੁਰੂ ਦੀ ਮੱਤ, ਬਈ ਫਿਰ ਇਹ ਸਾਡਾ ਮਨ ਸਹਿਜ ਦੇ ਵਿੱਚ ਜਾਂਦਾ ਹੈ। ਮਹਾਰਾਜ ਕਹਿੰਦੇ ਇੱਕ ਸਿਮਰਨ ਕਰੋ ਅਤੇ ਨਾਲ ਜੋ ਮਾਲਕ ਕਰ ਰਹੇ ਉਹਨੂੰ ਭਲਾ ਕਰਕੇ ਮੰਨੋ। ਜਦੋਂ ਅਸੀਂ ਜੋ ਸਾਡੇ ਵਾਸਤੇ ਹੋ ਰਿਹਾ, ਜੋ ਵੀ ਚੱਲ ਰਿਹਾ, ਅਸੀਂ ਉਹਨੂੰ ਭਲਾ ਕਰਕੇ ਮੰਨਾਂਗੇ ਵੀ ਸਾਡੇ ਵਾਸਤੇ ਇਹੋ ਚੰਗਾ ਹੈ, ਫਿਰ ਸਾਡਾ ਮਨ ਹੈ ਜਿਹੜਾ ਉਹ ਸਹਿਜ ਦੇ ਵਿੱਚ ਆ ਜਾਂਦਾ ਹੈ। ਮਹਾਰਾਜ ਕਹਿੰਦੇ ਗੁਰ ਸ਼ਬਦੀ ਧਰੀਏ, ਬੌਰ ਨ ਮਰੀਏ, ਚੂਕੇ ਆਵਣ ਜਾਣਾ, ਜੋ ਕਿਛ ਕਰੇ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਣਾ। ਵੀ ਜੋ ਹੋ ਰਿਹਾ ਉਹਨੂੰ ਭਲਾ ਕਰਕੇ ਮੰਨੋ ਤਾਂ ਮਨ ਸਹਿਜ ਵਿੱਚ ਆ ਜਾਏਗਾ, ਸਹਿਜ 'ਚ ਸਮਾ ਜਾਏਗਾ, ਆਪਣੇ ਘਰ ਆ ਜਾਏਗਾ। ਜਦੋਂ ਆਪਾਂ ਘਰ ਚਲੇ ਗਏ, ਆਪਣੇ ਘਰ ਦੇ ਵਿੱਚ ਸੌਖੀ ਆਨੰਦ ਹੀ ਆਨੰਦ ਹੈ ਸਹਿਜ ਦੇ ਵਿੱਚ। ਸਹਿਜ ਦੇ ਵਿੱਚ ਗਿਆ ਨੂੰ ਆਪਾਂ ਨੂੰ ਬੋਲਣ ਨੂੰ ਚਿੱਤ ਨਹੀਂ ਕਰਦਾ। ਜਦੋਂ ਮਨ ਸਹਿਜ 'ਚ ਹੋਏਗਾ, ਜੇ ਆਪਾਂ ਨੂੰ ਕੋਈ ਬੁਲਾਏਗਾ ਵੀ, ਚਾਹੇ ਆਪਣਾ ਪਰਿਵਾਰ ਦਾ ਮੈਂਬਰ, ਚਾਹੇ ਕੋਈ ਹੋਰ ਸੰਗੀ ਸਾਥੀ, ਆਪਾਂ ਉਨੀ ਕੁ ਗੱਲ ਕਰਾਂਗੇ ਵੀ ਜਿਹੜੀ ਜ਼ਰੂਰੀ ਹੈ, ਨਹੀਂ ਤਾਂ ਸਹਿਜ ਟੁੱਟਦਾ ਵੀ ਹੋਰ ਕੀ ਗੱਲਾਂ ਕਰੀਏ। ਜੇ ਕਰਾਂਗੇ ਤਾਂ ਸਹਿਜ ਤੋਂ ਬਾਹਰ ਆ ਕੇ ਕਰਾਂਗੇ, ਸਹਿਜ ਖਰਾਬ ਹੁੰਦਾ ਹੈ। ਇਸ ਵਾਸਤੇ ਫਿਰ ਮਹਾਰਾਜ ਦੱਸਦੇ ਵੀ ਭਗਤਾਂ ਦੀ ਚਾਲ ਜਿਹੜੀ ਵੱਖਰੀ ਹੁੰਦੀ, ਵੱਖਰੀ ਕੀ, ਉਹ ਬਹੁਤਾ ਨਹੀਂ ਬੋਲਦੇ। ਕਿਉਂ ਨਹੀਂ ਬੋਲਦੇ? ਕਿਉਂਕਿ ਉਹ ਸਹਿਜ 'ਚ ਰਹਿੰਦੇ। ਉਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਬਹੁਤਾ ਬੋਲਾਂਗੇ ਤੇ ਸਹਿਜ ਤੋਂ ਬਾਹਰ ਆ ਕੇ ਬੋਲਾਂਗੇ। ਸੰਸਾਰ ਦੀਆਂ ਗੱਲਾਂ 3 ਗੁਣਾਂ ਦੀਆਂ ਸਹਿਜ ਤੋਂ ਬਾਹਰ ਆ ਕੇ ਹੀ ਹੁੰਦੀਆਂ, ਅਤੇ ਜੋ ਮਾਲਕ ਦੀ ਵਿਚਾਰ ਹੈ ਪਰਮਾਤਮਾ ਦੀ, ਉਹ ਸਹਿਜ ਦੇ ਵਿੱਚ ਹੁੰਦੀ ਹੈ। ਉਹ ਜਦੋਂ ਮਨ ਘਰ ਬੈਠ ਗਿਆ ਅਤੇ ਉਹ ਸਹਿਜ ਦੇ ਵਿੱਚ ਸਹਿਜ ਸੁਭਾਈ ਚੱਲਣੀ ਮਾਲਕ ਨੇ ਕਰਨੀ।
इस वास्ते फिर महाराज समझाते कहते भगतां की चाल निराली, चाला निराली भगतां केरी बिखम मार्ग चलना, लभ लोभ अहंकार दा तृष्णा बहुत नहीं बोलना। बई वो बहुता नहीं बोलते, बहुता कि वो संसार ਦੀਆਂ ਬਹੁਤੀਆਂ ਗੱਲਾਂ 'ਚ नहीं ਪੈਂਦੇ, वो किसी ਦੇ होर ਗੱਲਾਂ नहीं ਬਹੁਤੀਆਂ करते भी ਆਪਾਂ ਕੀ ਲੈਣਾ। ਕਿਸੇ ਦੇ ਔਗਣ ਜੇ ਕੋਈ ਜੀਵ ਫਰੋਲਦਾ ਉਹ ਚੁੱਪ ਕਰਾ ਦਿੰਦੇ ਵੀ ਆਪਾਂ ਕੀ ਲੈਣਾ ਜੀ, ਉਹਦਾ ਕਰਮ ਹੈ, ਜੋ ਕਰ ਰਿਹਾ ਮਾਲਕ ਦੇਖ ਰਿਹਾ, ਉਹ ਜਾਣੇ ਤੇ ਮਾਲਕ ਜਾਣੇ, ਆਪਾਂ ਕੀ ਲੈਣਾ ਵਿੱਚ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਆਪਾਂ ਵੀ ਜਦੋਂ ਇਸ ਮਾਰਗ 'ਤੇ ਚੱਲਣਾ, ਫਿਰ ਆਪਾਂ ਵੀ ਇਹ ਜਿਹੜੇ ਸਾਨੂੰ ਮਹਾਰਾਜ ਜੀਵਨ ਦੀ ਜਾਂਚ ਦੱਸਦੇ, ਜਦੋਂ ਅਸੀਂ ਇਹ ਗੁਣ ਅਪਣਾਵਾਂਗੇ ਫਿਰ ਹੀ ਅਸੀਂ ਆਪਦੇ ਘਰ ਸਹੀ ਦੇ ਵਿੱਚ ਜਾ ਸਕਦੇ ਹਾਂ। ਆਓ ਹੁਣ ਕਿਵੇਂ ਆਪਣੇ ਮਰਨੇ ਸਹਿ 'ਚ ਜਾਣਾ, ਉਹਦੇ ਵਾਸਤੇ ਜੋ ਮਹਾਰਾਜ ਆਪਾਂ ਨੂੰ ਇਹ ਸਾਸਕ ਰਸ ਸਿਮਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਨਾਲ ਨਾਲ ਜੋ ਸਤਿਗੁਰੂ ਆਪਾਂ ਨੂੰ
ਉਪਦੇਸ਼ ਦੇ ਰਹੇ, ਗਿਆਨ ਦੇ ਰਹੇ। ਉਹ ਗਿਆਨ ਦੀ ਮੱਤ ਆਪਾਂ ਲੈ ਕੇ ਚੱਲਦੇ ਹਾਂ ਅਤੇ ਫਿਰ ਆਪਣਾ ਮਨ ਜਿਹੜਾ ਇਹ ਘਰ ਵਾਪਸ ਜਾਂਦਾ। ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਕੁੰਭ ਹੁੰਦਾ ਘੜਾ, ਮਿੱਟੀ ਨੂੰ ਗੁੰਨ ਕੇ ਘੜਾ ਤਿਆਰ ਕਰਦੇ ਜੀਵ, ਉਸ ਘੜੇ ਦੇ ਵਿੱਚ ਪਾਣੀ ਰੁਕ ਜਾਂਦਾ। ਇਸੇ ਤਰ੍ਹਾਂ ਹੀ ਫਿਰ ਇਹ ਜਿਹੜਾ ਸਾਡਾ ਮਨ ਹੈ ਇਹ ਗਿਆਨ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਅਤੇ ਫਿਰ ਇਹ ਰੁਕ ਜਾਂਦਾ। ਮਹਾਰਾਜ ਕਹਿੰਦੇ ਕੁੰਭੇ ਵਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਵੀ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਨਹੀਂ ਹੁੰਦਾ ਅਤੇ ਜਦ ਤੱਕ ਗਿਆਨ ਨਹੀਂ ਉਹਨਾਂ ਸਮਾਂ ਅਸੀਂ ਇਹਨੂੰ ਬੰਨ੍ਹ ਨਹੀਂ ਸਕਦੇ, ਇਹ ਰੁਕਦਾ ਨਹੀਂ ਹੈ। ਇਸ ਵਾਸਤੇ ਫਿਰ ਇਹ ਸਾਨੂੰ ਜੋ ਸਤਿਗੁਰੂ ਗਿਆਨ ਦੇ ਰਹੇ, ਸਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ। ਜੇ ਗਿਆਨ ਸਾਨੂੰ ਹੋਏਗਾ ਤਾਂ ਅਸੀਂ ਇਹ ਗਿਆਨ ਦੁਆਰਾ ਮਨ ਨੂੰ ਰੋਕ ਸਕਦੇ ਹਾਂ, ਤ੍ਰੈ ਗੁਣਾਂ ਤੋਂ, ਪਰਲੋਕੀ ਤੋਂ, ਵਿਚਾਰਾਂ ਤੋਂ, ਸੈਂਸੀ ਫਿਕਰਾਂ ਤੋਂ, ਚਿੰਤਾਵਾਂ ਤੋਂ ਫਿਰ ਹੀ ਰਹਿਤ ਹੋ ਸਕਦਾ। ਜੇ ਇੱਕ ਨੂੰ ਸਿਮਰੇਗਾ ਮਾਲਕ ਨੂੰ ਫਿਰ ਹੀ ਇਹ ਸੁਖੀ ਹੋਏਗਾ, ਨਹੀਂ ਤਾਂ ਮਹਾਰਾਜ ਕਹਿੰਦੇ ਜਿਹਨੂੰ ਵੀ ਦੇਖਦੇ ਹਾਂ ਹਰ ਇੱਕ ਜੀਵ ਚਿੰਤਾ ਦੇ ਵਿੱਚ ਦੁਖੀ ਨਜ਼ਰ ਆਉਂਦਾ ਹੈ। ਮਹਾਰਾਜ ਕਹਿੰਦੇ ਚਿੰਤਤ ਹੀ ਦੀਸੇ ਸਭ ਕੋਈ, ਚੇਤੇ ਏਕ ਤਹਾਂ ਸੁਖ ਹੋਈ। ਵੀ ਜਿਹੜਾ ਇੱਕ ਨੂੰ ਚੇਤੇ ਕਰਦਾ ਉਹੀਓ ਸੁਖੀ ਹੈ, ਨਹੀਂ ਤਾਂ ਇੱਥੇ ਸਾਰੇ ਜੀਵ ਚਿੰਤਾ ਫਿਕਰਾਂ ਦੇ ਵਿੱਚ ਹੀ ਭੱਜੇ ਫਿਰਦੇ, ਸਾਰੇ ਹੀ ਦੁਖੀ ਨੇ। ਕਿਸੇ ਨੂੰ ਕੋਈ ਚਿੰਤਾ, ਕਿਸੇ ਨੂੰ ਕੋਈ ਚਿੰਤਾ ਹੈ, ਸਭ ਨੂੰ ਲੱਗੀ ਹੈ। ਜੇ ਹੁਣ ਅਸੀਂ ਇੱਕ ਨੂੰ ਸਿਮਰਾਂਗੇ ਅਤੇ ਅਸੀਂ ਚਿੰਤਾ ਤੋਂ ਰਹਿਤ ਹੋ ਜਾਵਾਂਗੇ। ਹੁਣ ਇਹ ਚਿੰਤਾ ਸਾਨੂੰ ਲੱਗਦੀ ਉਦੋਂ ਹੀ ਹੈ ਜਦੋਂ ਅਸੀਂ ਮਾਲਕ ਨੂੰ ਵਿਸਾਰ ਦਿੰਦੇ ਹਾਂ, ਜਦੋਂ ਅਸੀਂ ਸਿਮਰਨ ਨਹੀਂ ਕਰਦੇ। ਇਸ ਲਈ ਮਹਾਰਾਜ ਕਹਿੰਦੇ ਚਿੰਤਾ ਵੀ ਆਪ ਕਰਾਈ ਸੀ, ਅਚਿੰਤ ਵੀ ਆਪ ਕਰੇ, ਨਾਨਕ ਸੋ ਸਲਾਹੀਏ ਜੋ ਸਭਨਾ ਸਾਰ ਕਰੇ। ਬਈ ਚਿੰਤਾ ਸਾਨੂੰ ਕਦੋਂ ਲੱਗਦੀ? ਜਦੋਂ ਅਸੀਂ ਮਾਲਕ ਨੂੰ ਨਹੀਂ ਸਿਮਰਦੇ, ਜਦੋਂ ਸਿਮਰਨ ਨਹੀਂ ਕਰਦੇ ਨੇ ਚਿੰਤਾ ਨੇ ਫੜ ਲੈਣਾ। ਜਦੋਂ ਸਿਮਰਨ ਕਰਾਂਗੇ ਤਾਂ ਮਾਲਕ ਅਚਿੰਤ ਕਰ ਦਿੰਦਾ, ਫਿਕਰਾਂ ਤੋਂ, ਸੈਂਸੇ ਤੋਂ ਉਹ ਸਾਨੂੰ ਮੁਕਤ ਕਰ ਦਿੰਦਾ। ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਹਰ ਸਮੇਂ ਇੱਕ ਨੂੰ ਸਲਾਹੋ, ਮਾਲਕ ਨੂੰ ਮੰਨੋ। ਵੀ ਦੂਜੇ ਨੂੰ ਕਾਹਦੇ ਲਈ ਮੰਨਣਾ? ਜਿਹੜਾ ਆਪ ਜੰਮਦਾ ਅਤੇ ਮਰਦਾ ਹੈ, ਜਿਹੜਾ ਆਪ ਆਕਾਰਾਂ ਦੇ ਵਿੱਚ। ਸੋ ਇਸ ਵਾਸਤੇ ਹੁਣ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ ਹੈ। ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਪੜ੍ਹ ਕੇ ਵਿਚਾਰਨਾ ਹੈ, ਖੋਜਣਾ ਹੈ। ਸਾਰਾ ਆਪਾਂ ਨੂੰ ਮਾਲਕ ਨੂੰ ਮਿਲਾਪ ਦਾ ਰਸਤਾ ਦੱਸ ਰਹੇ, ਸਾਰਾ ਆਪਾਂ ਨੂੰ ਭੇਜ ਦੇ ਰਹੇ ਵੀ ਕਿਹਨੂੰ ਅਸੀਂ ਮੰਨਣਾ, ਕਿਹਦੀ ਅਸੀਂ ਪੂਜਾ ਕਰਨੀ ਹੈ, ਸਾਰਾ ਆਪਾਂ ਨੂੰ ਸਮਝਾਉਂਦੇ ਅਤੇ ਵੱਧ ਤੋਂ ਵੱਧ ਹੀ ਆਪਾਂ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਦਿੱਤਾ ਆਪਾਂ ਨੂੰ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਜੋ ਸਾਡੇ ਜੀਵਨ ਦਾ ਅਸਲ ਮਕਸਦ ਹੈ ਵੀ ਇੱਕ ਨੂੰ ਸਿਮਰਨਾ, ਦੂਜੇ ਨੂੰ ਨਹੀਂ। ਜੇ ਅਸੀਂ ਦੂਜੇ ਨੂੰ ਸਿਮਰਾਂਗੇ, ਦੂਜੇ ਨਾਲ ਜੁੜਾਂਗੇ ਅਤੇ ਫਿਰ ਅਸੀਂ ਡੁੱਬਾਂਗੇ। ਭਾਈਓ ਮਹਾਰਾਜ ਸਮਝਾਉਂਦੇ ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਹੇ ਆ। ਵੀ ਜਿਨ੍ਹਾਂ ਨੇ ਇੱਕ ਨੂੰ ਵਿਸਾਰ ਦਿੱਤਾ ਦੂਜੇ ਨਾਲ ਲੱਗੇ ਅਤੇ ਉਹ ਡੁੱਬ ਗਏ। ਇਸ ਵਾਸਤੇ ਹੁਣ ਜੇ ਆਪਾਂ ਚਾਹੁੰਦੇ ਹਾਂ ਤਰਨਾ, ਫਿਰ ਆਪਾਂ ਸਾਰਿਆਂ ਨੇ ਇੱਕ ਨਾਲ ਜੁੜਨਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
Ru